ਕਾਨੂੰਨੀ ਸਹਾਇਤਾ ਦੇ ਬਾਰੇ ਤੁਸੀਂ ਅੱਜ ਆਪਾਂ ਇਕੱਤਰਤ ਹੋਏ ਹਾਂ। ਜਿਹੜੀਆਂ ਸਾਡੀ ਲਾਅ ਦੇ ਅਕੋਰਡਿੰਗਲੀ ਕੈਟਾਗਰੀਜ਼ ਹੈਗੀਆਂ ਜਿਹੜੀ ਮੁਫਤ ਕਾਨੂੰਨੀ ਸਹਾਇਤਾ ਲੈ ਸਕਦੇ ਆ, ਉਹਦੇ ਵਿੱਚ SC BC ਚਿਲਡਰਨ ਔਰਤਾਂ, ਫਿਰ ਮਾਨਸਿਕ ਰੋਗੀ, ਅਪੰਗ ਜਿਹੜੇ ਰੋਗੀ ਹੈਗੇ, ਅਪੰਗ ਵਿਅਕਤੀ ਹੈਗੇ ਆ, ਫਿਰ ਅਗਰ ਦੂਜੀ ਜਿਹੜੇ ਜੇਲ੍ਹਾਂ ਵਿੱਚ ਕੈਦੀ ਬੰਦ, ਆਪਾਂ ਮੁਫਤ ਕਾਨੂੰਨੀ ਸਹਾਇਤਾ ਦਾ ਮਤਲਬ ਇਹ ਹੋ ਗਿਆ ਕਿ ਸਰਕਾਰ ਦੇ ਖਰਚੇ ਤੇ ਵਕੀਲ ਸਾਹਿਬਾਨ ਦੀਆਂ ਸੇਵਾਵਾਂ ਤੁਹਾਨੂੰ ਪ੍ਰੋਵਾਈਡ ਕਰਨੀਆਂ ਹੁੰਦੀਆਂ। ਮੀਨਸ ਵਕੀਲ ਸਾਹਿਬਾਨ ਦੇ ਖਰਚਾ ਜਿਹੜੀ ਫੈਮਿਲੀ, ਜਿਹੜਾ ਪਰਿਵਾਰ, ਜਿਹੜੀ ਕੈਟਾਗਰੀ ਨਹੀਂ ਕਰ ਸਕਦੀ, ਉਹਨਾਂ ਲਈ ਮੁਫਤ ਕਾਨੂੰਨੀ ਸਹਾਇਤਾ ਜਿਹੜੀ ਹੈਗੀ ਆ ਉਹ ਸਾਡੀ ਸਰਕਾਰ ਨੇ ਪ੍ਰੋਵਾਈਡ ਕੀਤੀ ਹੈ। ਉਹਦੇ ਵਿੱਚ ਕੈਟਾਗਰੀਜ਼ ਮੈਂਸ਼ਨ ਕਰਤੀਆਂ, ਤੁਸੀਂ ਆਪਣੇ ਪੈਂਫਲੇਟਸ ਤੇ ਵੀ ਦੇਖ ਰਹੇ ਹੋ ਕਿ ਜਿਹੜੇ ਜਿਹੜੇ ਵਿਅਕਤੀ, ਜਿਹੜੇ ਜਿਹੜੇ ਪਰਿਵਾਰ ਇਸ ਮੁਫਤ ਕਾਨੂੰਨੀ ਸਹਾਇਤਾ ਦਾ ਫਾਇਦਾ ਲੈ ਸਕਦੇ ਆ। ਅਗਰ ਕੋਈ ਵੀ ਵਿਅਕਤੀ, ਕੋਈ ਪਰਿਵਾਰ ਜਿਹੜਾ ਕੋਈ ਕਾਨੂੰਨੀ ਸਹਾਇਤਾ ਲੈਣੀ ਚਾਹੁੰਦਾ ਹੈ, ਅਗਰ ਉਹ ਕਿਸੇ ਕੈਟਾਗਰੀ 'ਚ ਨਹੀਂ ਆਉਂਦਾ ਤਾਂ ਉਹਦਾ ਇੱਕ ਟੀਚਾ ਰੱਖਿਆ ਗਿਆ ਹੈ ਕਿ 3 ਲੱਖ ਸਾਲਾਨਾ ਆਮਦਨੀ ਜਿਹੜੀ ਹੈ ਉਹ ਤੋਂ ਘੱਟ ਆਮਦਨੀ ਹੋਣੀ ਚਾਹੀਦੀ ਹੈ, ਤਾਂ ਉਹ ਫ੍ਰੀ ਲੀਗਲ ਸਰਵਿਸਿਜ਼ ਦਾ ਫਾਇਦਾ ਲੈ ਸਕਦਾ ਹੈ। ਔਰ ਸਾਡੇ ਜਿਹੜੇ ਰੋਪੜ ਦਾ ਨੰਬਰ ਹੈਗਾ ਜੀ ਉਹ ਹੈ 01881, ਠੀਕ ਹੈ, ਰੋਪੜ ਦਾ ਕੋਡ ਹੈ, ਤੇ 220 ਠੀਕ ਹੈ ਜੀ। ਇਸ ਨੰਬਰ ਤੇ ਤੁਸੀਂ ਕਦੇ ਵੀ ਕਾਲ ਕਰਕੇ ਤੁਸੀਂ ਆਪਣੀ ਇੰਟੀਮੇਸ਼ਨ ਲੈ ਸਕਦੇ ਹੋ, ਕੋਈ ਸਲਾਹ ਮਸ਼ਵਰਾ ਲੈ ਸਕਦੇ ਹੋ। ਔਰ ਦਫ਼ਤਰ ਕਿੱਥੇ ਹੈ? ਇਹ ਅਦਾਲਤ ਦੇ ਫਰੰਟ ਵਿੱਚ ਹੀ ਹੈਗਾ, ਵੱਡੀ ਸਾਰੀ ਬਿਲਡਿੰਗ ਹੈ। ਉੱਥੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਵਕੀਲ ਸਾਹਿਬਾਨ ਦੀਆਂ ਡਿਊਟੀਆਂ ਲੱਗਦੀਆਂ। ਅਗਰ ਕੋਈ ਸਾਡੇ ਕੋਲ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ, ਤਾਂ ਉਹ ਆ ਕੇ ਤੁਸੀਂ ਗਾਈਡੈਂਸ ਲੈ ਸਕਦੇ ਹੋ, ਮੁਫਤ ਕੋਈ ਵੀ ਸਲਾਹ ਮਸ਼ਵਰਾ ਉਹ ਲੈ ਸਕਦੇ ਹੋ। ਜਾਂ ਕਿਸੇ ਨੂੰ ਵਕੀਲ ਸਾਹਿਬਾਨ ਦੀ ਲੋੜ ਹੈ ਤਾਂ ਜਿਹੜਾ ਹੈਗਾ ਉਹ ਸਾਰੀ ਸਾਡੀ ਡਿਪਾਰਟਮੈਂਟ ਕਰਦੀ, ਤੁਹਾਨੂੰ ਕੋਈ ਖਰਚਾ ਨਹੀਂ ਪੇ ਕਰਨਾ ਪੈਂਦਾ, ਠੀਕ ਹੈ ਜੀ। ਇਹ ਹੋ ਗਿਆ ਪ੍ਰੋਸੀਜਰ। ਔਰ ਤੀਜੀ ਚੀਜ਼ ਕੀ ਹੈ ਕਿ ਵੀ ਕਿਸ ਤਰ੍ਹਾਂ ਦੀਆਂ ਸਰਵਿਸਿਜ਼ ਤੁਸੀਂ ਲੈ ਸਕਦੇ ਹੋ। ਇਹਨੂੰ ਜੇ ਆਪਾਂ ਇੱਕ ਲਾਈਨ 'ਚ ਮੁਕਾਈਏ ਤਾਂ ਹਰ ਤਰ੍ਹਾਂ ਦਾ ਫੀਲਡ, ਕੋਈ ਵੀ ਸਿਵਲ, ਦੀਵਾਨੀ ਹੈ, ਫੌਜਦਾਰੀ ਹੈ, ਸਰਵਿਸ ਮੈਟਰ ਹੈ, ਫੈਮਿਲੀ ਮੈਟਰ ਹੈ, ਕੋਈ ਘਰੇਲੂ ਝਗੜੇ ਆ, ਹਰ ਇੱਕ ਤਰ੍ਹਾਂ ਦਾ ਜਿਹੜਾ ਫੀਲਡ ਹੈਗਾ ਉਹਦੇ ਲਈ ਜਿਹੜਾ ਹੈਗਾ ਇਹ ਤੁਹਾਨੂੰ ਸਹਾਇਤਾ ਮਿਲਦੀ ਹੈ, ਮੁਫਤ ਕਾਨੂੰਨੀ ਸਹਾਇਤਾ ਪ੍ਰੋਵਾਈਡ ਕੀਤੀ ਜਾਂਦੀ ਹੈ, ਠੀਕ ਹੈ ਜੀ। ਇਹ ਲੀਗਲ ਸਰਵਿਸਿਜ਼ ਦੇ ਵਿੱਚ ਹੀ ਇੱਕ ਸਾਡਾ ਸਥਾਈ ਲੋਕ ਅਦਾਲਤਾਂ ਦਾ ਕਨਸੈਪਟ ਹੈਗਾ ਹੈ, ਉਹ ਵੀ ਤੁਸੀਂ ਬੈਨਰ ਤੇ ਦੇਖ ਰਹੇ ਹੋ। ਸਥਾਈ ਲੋਕ ਅਦਾਲਤਾਂ ਦਾ ਮਤਲਬ ਹੋ ਗਿਆ ਕਿ ਜਿਹਦੇ ਵਿੱਚ ਜਨ ਉਪਯੋਗੀ ਸੇਵਾਵਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ, ਠੀਕ ਹੈ। ਔਰ ਇਹ ਜਿਹੜੀ ਸਥਾਈ ਲੋਕ ਅਦਾਲਤ ਹੈ, ਜਿਵੇਂ ਆਪਾਂ ਬੱਚੋ ਅਗਰ ਸਪੋਜ਼ ਕਰੋ ਕਿਸੇ ਦੇ ਘਰ 'ਚ ਕੋਈ ਝਗੜਾ ਹੋ ਜਾਂਦਾ, ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਵੀ ਆਪਣਾ ਜਿਹੜਾ ਝਗੜਾ ਘਰ ਦਾ ਘਰ 'ਚ ਹੀ ਖਤਮ ਹੋ ਜਾਏ, ਆਪਾਂ ਨੂੰ ਬਾਹਰ ਨਾ ਜਾਣ ਦਈਏ, ਠੀਕ ਹੈ। ਲੇਕਿਨ ਕੁਝ ਸਮੱਸਿਆ ਐਸੀਆਂ ਹੁੰਦੀਆਂ ਉਹ ਘਰ ਨਹੀਂ ਸੋਲਵ ਹੁੰਦੀਆਂ, ਫਿਰ ਉਹ ਸਮੱਸਿਆ ਬਾਹਰ ਜਾਂਦੀ ਹੈ ਤਾਂ ਪੰਚਾਇਤ ਦੇ ਲੈਵਲ ਤੇ ਜਾਂਦੇ ਆਪਾਂ। ਪੰਚਾਇਤ ਵਿੱਚ ਜਦੋਂ ਸਮੱਸਿਆ ਨਹੀਂ ਸੋਲਵ ਹੁੰਦੀ ਤਾਂ ਇੱਕੋ ਹੀ ਰਸਤਾ ਰਹਿ ਜਾਂਦਾ ਕਚਹਿਰੀ ਦਾ। ਤੁਹਾਨੂੰ ਕਚਹਿਰੀ ਤੋਂ ਇਲਾਵਾ ਕੋਈ ਰਸਤਾ ਨਹੀਂ ਹੁੰਦਾ ਕਿ ਤੁਸੀਂ ਆਪਣੀ ਸਮੱਸਿਆ ਦਾ ਹੱਲ, ਸਮਾਧਾਨ ਕਰ ਸਕੋ। ਜਿਹੜੀਆਂ ਸਥਾਈ ਲੋਕ ਅਦਾਲਤਾਂ ਹੈ ਉਹ ਵੀ ਪੰਚਾਇਤ ਦੀ ਤਰ੍ਹਾਂ ਹੀ ਹੈ। ਜਨ ਉਪਯੋਗੀ ਸੇਵਾਵਾਂ ਵਿੱਚ ਸਾਰੀਆਂ ਤਰ੍ਹਾਂ ਦੀਆਂ ਸੇਵਾਵਾਂ, ਜਿਵੇਂ ਬੈਂਕਿੰਗ, ਕਰਜ਼ੇ ਹੁੰਦੇ ਆ, ਫਿਰ ਤੁਹਾਡੀਆਂ ਬੁਢਾਪਾ ਪੈਨਸ਼ਨ ਹੈ, BPL ਕਾਰਡ ਨਹੀਂ ਬਣਦੇ, ਗੈਸ ਕਨੈਕਸ਼ਨ ਨਹੀਂ ਮਿਲਦੇ, ਫਾਈਨੈਂਸ ਦੀਆਂ ਕੋਈ ਬੈਂਕਸ ਦੇ ਨਾਲ ਰਿਲੇਟਡ ਕੋਈ ਪ੍ਰੋਬਲਮਸ ਹੈਗੀਆਂ, ਕੋਈ ਮਕਾਨਾਂ ਦੇ ਰਿਲੇਟਿੰਗ ਪ੍ਰੋਬਲਮਸ ਹੈਗੀਆਂ। ਤਾਂ ਇਸ ਤਰ੍ਹਾਂ ਦੀਆਂ तमाम ਸੇਵਾਵਾਂ ਜਿਹੜੀਆਂ ਹੈਗੀਆਂ ਜੀ ਉਹ ਸਾਰੀਆਂ ਸਥਾਈ ਲੋਕ ਅਦਾਲਤ ਵਿੱਚ ਮਿਲਦੀਆਂ। ਉਹਦਾ ਵੀ ਲੋਕ ਅਦਾਲਤ ਜਿਹੜੀ ਹੈਗੀ ਹੈ ਇਹ 3 ਮਹੀਨੇ 'ਚ ਇੱਕ ਵਾਰ ਲੱਗਦੀ ਹੈ, ਔਰ ਉੱਥੇ ਜ਼ਿਆਦਾ ਨਹੀਂ ਤਾਂ 90% ਸਮੱਸਿਆ ਦਾ ਹੱਲ ਜਿਹੜਾ ਹੈਗਾ ਉਹ ਆਸਾਨ ਤਰੀਕੇ ਨਾਲ ਕੋਰਟ ਵਿੱਚ ਨਿਕਲ ਜਾਂਦਾ, ਠੀਕ ਹੈ ਜੀ। ਇਸ ਤੋਂ ਇਲਾਵਾ ਬੱਚਿਓ, ਮੁਫਤ ਕਾਨੂੰਨੀ ਸਹਾਇਤਾ DLSA ਰੂਪਨਗਰ, ਜਿਹਦਾ ਤੁਸੀਂ ਬੈਨਰ ਦੇਖ ਰਹੇ ਹੋ, ਇਹਨਾਂ ਦੇ ਕੋਲ ਕਾਫੀ ਤਰ੍ਹਾਂ ਦੀਆਂ ਸਕੀਮਸ ਹੈਗੀਆਂ ਜਿਹਦੇ ਤਹਿਤ ਆਪਾਂ ਕਿਸੇ ਲੋੜੀਂਦੇ ਪਰਿਵਾਰ ਨੂੰ, ਲੋੜੀਂਦੇ ਵਿਅਕਤੀ ਨੂੰ ਆਪਾਂ ਉਹ ਸਕੀਮਾਂ ਦਾ ਫਾਇਦਾ ਦਵਾ ਸਕਦੇ ਹਾਂ। ਜਿਵੇਂ ਐਕਸੀਡੈਂਟ ਕੇਸਿਸ ਹੈ, ਉੱਥੇ ਉਹਨਾਂ ਨੂੰ ਮੁੱਢਲੀ ਸਹਾਇਤਾ ਵਜੋਂ ਵੀ ਕੰਪਨਸੇਸ਼ਨ ਦਿੱਤੀ ਜਾਂਦੀ ਹੈ, ਭਾਵੇਂ 25,000 ਹੋਵੇ, ਭਾਵੇਂ 35,000 ਹੋਵੇ, ਭਾਵੇਂ 50,000 ਹੋਵੇ। ਸੈਕੰਡਲੀ, ਅਗਰ ਉਹ ਸਾਡੀ ਕੈਟਾਗਰੀ 'ਚ ਆਉਂਦਾ ਤਾਂ ਉਹਨੂੰ ਵਕੀਲ ਸਾਹਿਬਾਨ ਦੀਆਂ ਸੇਵਾਵਾਂ ਵੀ ਫ੍ਰੀ ਦਿੱਤੀਆਂ ਜਾਂਦੀਆਂ। ਸੈਕੰਡਲੀ, ਜਿਹੜੇ ਬਲਾਤਕਾਰ ਦੇ ਕੇਸਿਸ ਹੁੰਦੇ ਆ ਪਰ ਉਸ ਪਰਿਵਾਰ ਨੂੰ ਵਕੀਲ ਸਾਹਿਬਾਨ ਦੀਆਂ ਸੇਵਾਵਾਂ ਤਾਂ ਫ੍ਰੀ ਮਿਲਣੀਆਂ ਹੀ ਹੈ, ਔਰ ਉਸ ਪਰਿਵਾਰ ਨੂੰ, ਉਸ ਪੀੜਤ ਨਾ ਪੀੜਤਾ ਨੂੰ ਸਾਡੀ ਡਿਪਾਰਟਮੈਂਟ ਵੱਲੋਂ ਮੁੱਢਲੀ ਸਹਾਇਤਾ
ਸੋ ਇਸੇ ਤਰ੍ਹਾਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਹੈ, ਫਿਰ ਬੈਂਕਿੰਗ ਦੇ ਸਕੀਮਸ ਹੈਗੇ। ਸੋ ਸਾਡੇ ਡਿਪਾਰਟਮੈਂਟ ਜ਼ਿਲ੍ਹਾ ਕਾਨੂੰਨੀ ਅਥਾਰਟੀ ਰੂਪਨਗਰ ਹੈ, ਸਾਡੇ ਡਿਪਾਰਟਮੈਂਟ 1 ਕਰੋੜ ਰੁਪਈਆ ਤਕਰੀਬਨ ਮੁੱਢਲੀ ਸਹਾਇਤਾ ਵਜੋਂ ਜਿਹੜਾ ਹੈ ਉਹ ਪੀੜਿਤ ਪਰਿਵਾਰਾਂ ਨੂੰ ਆਲਰੇਡੀ ਦੇ ਚੁੱਕੇ ਆ। ਜਿਹੜੇ ਬਹੁਤ ਜ਼ਿਆਦਾ ਇਨਸੀਡੈਂਟਸ ਸ਼ਹਿਰਾਂ ਵਿੱਚ ਹੋ ਰਹੇ ਆ, ਹਜੇ ਪਿੰਡ ਜਿਹੜੇ ਆਪਣੇ ਹੈਗੇ ਇਹਨਾਂ ਜਿਹੜੇ ਮੰਦਭਾਗੇ ਵਾਕਿਆ ਤੋਂ ਬਚੇ ਹੋਏ ਆ। ਐਸਿਡ ਅਟੈਕ ਕੇਸਿਸ ਜੋ ਉਹਦਾ ਡਾਕਟਰ ਦਾ ਖਰਚਾ ਹੈ, ਜਦੋਂ ਉਹਨੇ ਹਸਪੀਟਲ 'ਚ ਜਾਂ ਡਾਕਟਰ ਕੋਲ ਟ੍ਰੀਟਮੈਂਟ ਲੈਣੀ ਹੈ, ਉਹ ਸਾਰਾ ਖਰਚਾ ਜਿਹੜਾ ਹੈ ਉਹ ਸਾਡੀ ਡਿਪਾਰਟਮੈਂਟ ਬੇਅਰ ਕਰਦੀ ਹੈ, ਇਹ ਕਰਦੀ ਹੈ। ਸੈਕੰਡਲੀ ਵਕੀਲ ਸਾਹਿਬਾਨ ਦੀਆਂ ਸੇਵਾਵਾਂ ਸਰਕਾਰ ਦੇ ਖਰਚੇ ਤੇ, ਔਰ ਤੀਜੀ ਚੀਜ਼ ਉਸ ਵਿਅਕਤੀ ਨੂੰ ਇੱਕ ਕੰਪਨਸੇਸ਼ਨ ਮੁੱਢਲੀ ਸਹਾਇਤਾ ਵਜੋਂ ਤਕਰੀਬਨ 1 ਲੱਖ ਤੋਂ ਲੈ ਕੇ 25 ਲੱਖ ਤੱਕ ਦਾ ਸਾਡੇ ਵਿਕਟਮ ਕੰਪਨਸੇਸ਼ਨ ਸਕੀਮ ਦੇ ਤਹਿਤ ਉਹਨੂੰ ਵੀ ਜਿਹੜੀ ਹੈਗੀ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ। These words I conclude my seminar, my lecture, and I thank you all, thank you Principal Sir and Vice Principal Sir, all the staff members and my dear students and my dear colleagues and my dear students also. I wish you all the best in future. God bless you all. Thank you so much. बहुत बहुत मेहरबानी मैडम ने, बहुत ही वडमुੱਲੀ जानकारी साडे विद्यार्थियों ਨੂੰ ਦਿੱਤੀ। वैसे मैनू पता है कि ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਣਾ बहुत औखा है, ਤੇ ज़्यादा ਸਮਾਂ ਨਾ ਲੈਂਦਾ ਹੋਇਆ मैं मंच ਤੇ आमंत्रित करांगा श्री इंद्रपाल सिंह बोरा जी, सीनियर एडवोकेट रूपनगर। Of my dear friends, my children, and most respected Manjinder ji, who's given us an opportunity to be here to give you a speech on some of the chapters which are not disclosed. पंजाबी च आ जाऊंगा थोड़े नाल दोस्तों। इंग्लिश बहुत जरूरी है, इंग्लिश वधिया पढ़नी, इंग्लिश वाले मैडम ਨੂੰ भी बहुत इज्जत देनी है। ये एक ऐसी लैंग्वेज है ਤੁਹਾਨੂੰ ਸਾਰੀ ਜ਼ਿੰਦਗੀ ਕੰਮ ਆਏਗੀ, ਸਾਨੂੰ ਵੀ ਸਾਡੇ ਕੰਮਾਂ ਵਿੱਚ ਉੱਥੇ इंग्लिश ही काम आती है। पढ़ना है ਹੁਣ ਬੱਚਿਆਂ ਚੋਂ मैं एक सवाल जरूर पूछना चाहांगा, क्राइम बारे 2 वर्ड्स कौन एक्सप्लेन करेगा कि क्राइम है की है? कौन दस पाए? कॉन्फिडेंस रखना चाहिए, बोलन की इच्छा होएगी ਤਾਂ ਹੀ ਦੁਨੀਆ ਦੇ ਵਿੱਚ ਅੱਗੇ ਵਧੋਗੇ। ਮੈਨੂੰ ਕੋਈ ਵੀ ਬੱਚਾ ਕੋਈ ਬੇਟੀਆਂ ਵਿੱਚੋਂ ਦੱਸ ਦੇਵੇ, ਕੋਈ ਬੇਟਿਆਂ ਚੋਂ ਦੱਸ ਦੇਵੇ ਵੀ ਕ੍ਰਾਈਮ ਨੂੰ ਥੋੜੀ ਚੀਜ਼ ਵਿੱਚ ਕਿਸ ਤਰ੍ਹਾਂ ਐਕਸਪਲੇਨ ਕਰੋਗੇ ਤੁਸੀਂ। ਜੇ ਤੁਹਾਨੂੰ ਕ੍ਰਾਈਮ ਦੀ ਨੌਲੇਜ ਹੋਏਗੀ ਤਾਂ ਤੁਹਾਡੇ ਇਹ ਚੈਪਟਰ ਸਮਝ ਆਏਗਾ। ਬੱਚੇ ਸਮਝ ਦੱਸ ਸਕੋਗੇ ਕੁਝ? ਕੋਈ ਬੇਟਾ ਬੱਚਾ ਦੱਸੇਗਾ? ਸ਼ਾਬਾਸ਼। ਕ੍ਰਾਈਮ ਬੇਟਾ, ਜਿੱਥੇ ਵੀ ਕੋਈ ਗਲਤੀ ਹੁੰਦੀ ਹੈ, ਜਿੱਥੇ ਵੀ ਕੋਈ ਗਲਤ ਕੰਮ ਹੁੰਦਾ, ਉਹ ਕਿਸੇ ਨਾ ਕਿਸੇ ਧਾਰਾ ਵਿੱਚ ਕੋਰਟ ਦੇ ਵਿੱਚ ਜਾਣ ਲਈ ਲਾਇਕ ਹੋ ਜਾਂਦਾ। ਤੁਸੀਂ ਕਿਸੇ ਵਿੱਚ ਗਲਤ ਤਰੀਕੇ ਨਾਲ ਕਾਰ ਮਾਰ ਦਿੱਤੀ, ਸਕੂਟਰ ਮਾਰ ਦਿੱਤਾ, किसी दे सट लग गई, ਉਹਦਾ क्राइम अलग है। किसी का मर्डर हो गया, किसी दे सट स्पेट मार देती, किसी दे थप्पड़ मार, वो भी एक क्राइम है। पहली गल, अपने इमोशंस ते कंट्रोल रख के सारी जिंदगी आपां कटनी है, दैट इज मोर इंपॉर्टेंट इन लाइफ। नंबर 2, क्राइम और सिविल दोनों चीज़ों का बहुत फर्क है। सिविल जे तुहाडी सपोज करो कोई जमीन की लड़ाई है, कोई खूह का पंगा पिंड विच, कोई मकान नहीं बनाने दे रहा तुहानूं अपनी जगह ते, या कोई रस्ते का रौला है तुहाडा, that comes under the civil law। सिविल लॉ जिहड़ा हैगा ਉਹਦੇ ਵਾਸਤੇ ਵੀ ਫ੍ਰੀ ਕਾਨੂੰਨੀ ਸੇਵਾਵਾਂ ਮੈਂ ਤੁਹਾਨੂੰ ਬਹੁਤ ਐਕਸਪਲੇਨ ਕਰਕੇ ਗਿਆ ਵਿਦ ਅ ਵੈਰੀ ਗ੍ਰੇਸਫੁਲ ਵੇ ਕਿ ਕਿਸ ਤਰ੍ਹਾਂ ਤੁਸੀਂ ਸੇਵਾਵਾਂ ਆਬਟੇਨ ਕਰ ਸਕਦੇ ਹੋ। ਸੇਵਾਵਾਂ ਕੱਲੀਆਂ ਤੁਹਾਨੂੰ ਕ੍ਰਿਮੀਨਲ ਲਾਅ ਵਾਸਤੇ ਨਹੀਂ, ਸਿਵਲ ਲਾਅ ਵਾਸਤੇ ਵੀ ਅਵੇਲੇਬਲ ਨੇ। ਇਹਨਾਂ ਨੰਬਰਾਂ ਤੇ ਹੀ ਜਿੱਥੇ ਤੁਹਾਨੂੰ ਮੈਮ ਨੇ ਦੱਸਿਆ ਹੈ, ਇਹਦੇ ਤੇ ਤੁਸੀਂ ਕਾਲ ਕਰਕੇ ਸਿਵਲ ਫੈਸਿਲਿਟੀਜ਼ ਵੀ ਅਵੇਲ ਕਰ ਸਕਦੇ। ਸਿਵਲ ਫੈਸਿਲਿਟੀ ਦੇ ਵਿੱਚ ਔਰ ਕ੍ਰਿਮੀਨਲ ਫੈਸਿਲਿਟੀ ਦੇ ਵਿੱਚ ਇੱਕ ਕੋਰਟ ਨੇ ਇੱਕ ਬਹੁਤ ਅੱਛਾ ਉਪਰਾਲਾ ਕੀਤਾ ਹੈ, ਜਿੱਥੇ ਸਾਰਿਆਂ ਨੂੰ ਇੱਕ ਮੌਕਾ ਦਿੱਤਾ ਹੈ ਕਿ ਤੁਸੀਂ ਬਾਹਰ ਤਾਂ ਲੜ ਕੇ ਆ ਗਏ, ਪਰ ਤੁਹਾਡਾ ਮਨ ਕਰਦਾ ਵੀ ਤੁਸੀਂ ਬੈਠ ਕੇ ਕਿਤੇ ਕੋਈ ਫੈਸਲਾ ਵੀ ਕਰ ਸਕਦੇ। ਉਹਦੇ ਵਾਸਤੇ ਕੋਰਟ ਨੇ ਲੋਕ ਅਦਾਲਤਾਂ ਵੀ ਬਣਾਈਆਂ ਨੇ। ਲੋਕ ਅਦਾਲਤ ਵਿੱਚ ਹੈਡਡ ਬਾਏ ਇੱਕ ਸੀਨੀਅਰ ਜੱਜ ਨਾਲ ਉੱਥੇ ਦੇ ਹੋਰ ਜੱਜਿਸ ਨਾਲ ਕੁਝ ਵਕੀਲ ਸਾਹਿਬਾਨ ਉੱਥੇ ਬੈਠ ਕੇ ਲੋਕਾਂ ਦੇ ਫੈਸਲੇ ਇਸ ਕਰਕੇ ਕਰਾਉਂਦੇ ਨੇ ਕਿਉਂਕਿ ਜਿਹੜਾ ਲੀਗਲ ਚੈप्टर है ਇਹਦਾ मेन सिनेरियो है ਜਿਹੜਾ दैट इज टू मेंटेन पीस। तो पीस जब आप कहीं मेंटेन करना चाहते हो तो वहां पर आपको यू विल ऑलवेज हैव टू गिव इन
टू योरसेल्फ कि हमने अपने आप को रिफाइन करके यहाँ से अच्छे संस्कारों से वापस जाना है। तो फॉर दैट पर्पस आपको इकट्ठे बिठा के वो इस चीज का एक जरिया बनाते हैं, एक जगह बनाई जाती है जहां पर आप अपना फैसला कर सकते हैं। सो दैट इज कॉल्ड लोक अदालत। लोक अदालत इज द बेस्ट मेयर टू गिव इन योर साइड। वहां पर आके कहना यार मेरा ये दोस्त ही था, मैं इसके साथ खत्म तो करना चाहता था, किसी ने ये मौका नहीं बनाया। पिंड के सरपंच को जाओगे, किसी होर बंदे को जाओगे, वो थोड़ा फैसला नहीं करवा पाएगा, बिकॉज वो पार्टी का बंदा होएगा। वो कहेंगे दो बंदे लड़े हुए ने ते फैसला नहीं होने देना, मेरिया वोटां पक्कियां थोड़ियां। कोर्ट एक ऐसी जगह है जिथे किसी का कोई पर्सनल मोटिव नहीं है। नोबडी हैज अ पर्सनल मोटिव इन द कोर्ट। वो आपको सिर्फ दे आर जस्ट एन एनलाइटनमेंट देते हैं कि आपने सोसाइटी में अच्छी तरह कैसे रहना है। सो द मोस्ट इंपॉर्टेंट थिंग विच इज रिक्वायर्ड, आपको उस समय जरूरत होती है कि आपका एम क्या है। आप चाहते होते हैं कि यार एक लिखत ही करा दो जी इन्हां दी। लोग उत्थे आउंदे ने, वो कहंदे ने जी एक लिखत करा दिओ इन्हां दी भी ये मैनू अगे तो छेड़ेगा नहीं, ਇਹਦੇ ਨਾਲ ਬੰਦਾ ਸ਼ਾਇਦ ਛੋਟਾ ਨਹੀਂ ਹੁੰਦਾ, ਜਾਂ ਇਹ ਅੱਗੇ ਤੋਂ ਮੇਰੇ ਨਾਲ ਝਗੜੇਗਾ ਨਹੀਂ। ਬੰਦਾ ਕਮਜ਼ੋਰ ਵੀ ਹੋ ਸਕਦਾ, ਦੋ ਲੜਕੇ ਆਪਾਂ ਲੜਾਂਗੇ ਤਾਂ ਇੱਕ ਤਕੜਾ ਵੀ ਹੋ ਸਕਦਾ, ਇੱਕ ਮਾੜਾ ਵੀ ਹੋ ਸਕਦਾ, ਪਰ ਉੱਥੇ ਆ ਕੇ ਸਾਰੇ ਬਰਾਬਰ ਹੋ ਜਾਂਦੇ। ਬੰਦਾ ਇੱਕ ਚੇਅਰ ਤੇ ਬੈਠ ਕੇ ਸੋਚ ਸਕਦਾ ਕਿ ਮੈਂ ਦੁਨੀਆ 'ਚ ਕੀ ਅੱਛਾ ਕਰਨਾ ਆਇਆ ਔਰ ਮੈਂ ਕੀ ਕਰ ਰਿਹਾ। ਇਹਦੀ ਸਿਰਫ ਜਾਗ੍ਰਿਤੀ ਉੱਥੇ ਬਿਠਾ ਕੇ ਹੀ ਦਿੱਤੀ ਜਾਂਦੀ ਹੈ। ਹੁਣ ਟੌਪਿਕ ਤੇ ਆਉਂਦੇ ਹੋਏ ਲੋਕ ਅਦਾਲਤ ਇੱਕ ਮੇਜਰ ਹੈ। ਉਸ ਤੋਂ ਬਾਅਦ ਇੱਕ ਕੋਰਟ ਨੇ ਹੋਰ ਉਪਰਾਲਾ ਕੀਤਾ ਹੈ, ਉਹ ਮੈਡੀਏਸ਼ਨ ਸੈਂਟਰਸ भी तैयार ਕੀਤੇ ਨੇ। ਮੈਡੀਏਸ਼ਨ ਸੈਂਟਰ ਦੇ ਵਿੱਚ ਮੈਮ ਸਾਡੇ जसविंदर मैम, शी इज द सीनियर हेड ऑफ द मेडिएशन सेंटर ऑल्सो। तो वहां पर भी लोगों को इकट्ठे बिठा के ये पूछा जाता है, जैसे किसी की शादी हो गई किसी के साथ तो उनकी आपस में नहीं बनती है, घर वाले तो नहीं समझा पाए, समटाइम्स तीसरे बंदे ਨੂੰ ਵਿੱਚ बैठ के फैसला कराना पैंदा। ਉੱਥੇ ਫਿਰ ਉਹਨੂੰ ਸਮਝਾਈਦਾ ਵੀ ਤੁਹਾਡੇ ਬੱਚੇ ਨੇ, ਤੁਹਾਡਾ ਪਰਿਵਾਰ ਹੈ, ਨੈਕਸਟ ਵੀ ਉਸ ਤੋਂ ਬਾਅਦ ਵੀ ਕੀ ਹੈ। ਤਾਂ ਪੀਪਲ ਹੀਅਰ ਯੂ ਲਾਈਕ ਐਨੀਥਿੰਗ। ਬਾਕੀ ਬੱਚੇ ਤੁਸੀਂ ਬਹੁਤ ਏਬਲ ਹੋ, ਯੂ ਆਰ ਵੈਰੀ ਸਮਾਰਟ। ਜਿਹੜੀ ਡਰੈਸ ਤੁਸੀਂ ਪਾਈ हुई है, आई विल वे बैक, मेरा ही कलर सी ब्राउन आई यूज टू वेयर इन माई स्कूल ऑल्सो। तो आपको देख के अच्छा लग रहा है। और सबसे बड़ी बात क्या है कि जो नीचे बैठना सीखता है, हमें अब कोई तकलीफ नहीं होती। हमारी एज में हमें कोई तकलीफ नहीं थी नीचे, अभी भी कोई तकलीफ नहीं नीचे बैठने में। जो नीचे बैठना सीखेगा वही कल डीसी, एसएसपी, एसएसपी ऐसे बनेंगे। आपको शायद पता हो आजकल हमारी कोर्ट में 90% ऑफ द जजेस आर फीमेल्स, लड़कियां हैं वहां पर। वरना किसी कोई आपका हाथ नहीं रोक पाएगा। कंपटीशन बहुत फेयर है, पढ़ो और आगे बढ़ो, ये आपका मोटिव होना चाहिए। और पढ़ के आगे आने के लिए हमेशा रिस्पेक्ट, मैम ने बहुत अच्छा बोला, टीचर्स आर द बेस्ट मेजर्स। टीचर्स से ऊपर कोई नहीं है इस दुनिया में। हमें स्कूल में पिटाई की जाती थी तो आप बोलोगे कि हमारी पिटाई हुई, हमारी भी हुई। हमें स्कूल में जब पिटाई की जाती थी तो हम पेरेंट्स को जाके बताते नहीं थे, क्योंकि वो फिर साथ में आके डबल हो जाती थी। ठीक है ना। तो इसलिए टीचर जब आपको सिखाने के लिए अगर गुस्सा भी करता है, प्यार भी करता है, उसका मोटिव एक ही है कि आपके नंबर अच्छे आने चाहिए। जब आप रिजल्ट कार्ड लेके कहीं खड़े होते हो, हमारे टीचर्स कुछ कोर्ट्स में भी आते हैं, तो वो क्या कहते हैं कि हमारा कोई ओल्ड स्टूडेंट है जिसके पास हम जा सकते हैं। ट्राई एंड सी दैट पार्ट। आपको उनको लगता है कि मेरा बच्चा है, मैंने उसको बड़ा किया है, वो मेरा ख्याल कर पाएगा। तो आप इतने बड़ा आप लोगों ने भी बनना है। रास्ता आपको मुश्किल नहीं। रोपड़ में पिछली 3 डीसी लेडीज ही थी। बच्चों समझना है, गुड़िया सब समझेंगी, पढ़ना है। ठीक है। नंबर 2, एज फैक्टर एक बहुत बड़ी चीज है। छोटा बच्चा 14 साल तक उससे कोई काम नहीं करवा सकता, वो लेबर नहीं होएगी आपसे, ना ही करवानी है। कानून बताता है नहीं करना है कोई ऐसा काम। ठीक है। घर पे हेल्प करो, स्कूल में हेल्प करो, दैट इज इंपॉर्टेंट, बट नो यू विल नॉट बी वर्किंग फॉर मनी, पैसे के लिए नहीं। ठीक। देन नेक्स्ट, सब लोगों को एक रूल दे दिया। आपको शायद पता नहीं, सबसे ज्यादा आईएएस ऑफिसर बिहार कैडर से आते हैं। क्यों आते हैं? बिकॉज उनको पता होता है कि घर पे कमाने वाला एक ही आदमी है, खर्चने वाले हम 5 हैं। कोई तो घर से स्पीड पकड़ेगा, आगे आएगा और वो परिवार को आगे लेके जाएगा। तो आप लोगों ने भी ऐसा एक बनना है। बात कोई क्लास में नहीं समझ आती, टीचर को दोबारा पकड़ो। टीचर से नहीं समझ आती, गाइड में 3 बार पढ़ो। जिस चीज में इंटरेस्ट होता है उसमें कैसे मन लग जाता है। सब लोग फोन चलाते हैं ऐसे करके आजकल,
वेरी गुड। कैसे मन क्यों लगता है? इंटरेस्ट है उसके अंदर, तो ऐसे ही इंटरेस्ट कायम कीजिए अपनी किताबों में। सो यू विल बी अ वेरी गुड पर्सन इन लाइफ। पढ़ने के साथ बंदे में जागृति ज्यादा आती है और लड़ाई कम होती है। पढ़ा लिखा आदमी हमेशा ये सोचेगा कि मैंने लड़ना नहीं, मैंने कोई गलत काम नहीं करना। तो विद ऑल दिस आई विश यू अ वेरी हैप्पी फ्यूचर इन ड्राइंग, and I'm very thankful for the senior teachers who have been sitting here and listening to us, and I'm very thankful to my colleague Madam Jaspinder ji and the other members. A special thanks to Manjinder ji, who was kind enough to call us to. That was a short notice, but I'm really happy to see you all sitting and listening to us. आपने सुना हमें, आपकी बहुत मेहरबानी, and it's very thankful. Thank you. बहुत बहुत मेहरबानी सीनियर एडवोकेट इंद्रपाल ਸਿੰਘ ਵੋਰਾ ਜੀ, ਜਿਨ੍ਹਾਂ ਨੇ ਬਹੁਤ ਹੀ ਵਧੀਆ ਗੱਲਾਂ, ਇੰਸਪੀਰੇਸ਼ਨਲ ਟਾਕ ਤੁਹਾਡੇ ਨਾਲ ਕੀਤੀ। ਸ਼ਾਇਦ ਤੁਹਾਡੇ ਵਿੱਚੋਂ ਇੱਕ ਵੀ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਵੀ ਗੱਲ ਪੈ ਜਾਵੇ ਔਰ ਉਸ ਦੇ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇ, ਤੇ ਹਮੇਸ਼ਾ ਹੀ इस दिन, इस मोमेंट, इस घड़ी नूं याद करोगे कि साडे स्कूल दे विच एक अजीम हस्ती आई सी, उसने मेरी जिंदगी बदल दी सी। फिर तुसी तलाश करोगे उस शख्सियत नूं कि उसदा कहा होया एक शब्द मैं अपनी जिंदगी दे विच लैके आया ते लैके आई, जिस दे नाल अज मैनू एक वड्डे अहुदा मैनू प्राप्त होया। गल्लां कहण नूं बहुत है ते ज़्यादा नहीं समा लैंदा होया, क्योंकि रजीमियां दे विचों आए ने साडे गेस्ट। सब तो पहला एक छोटा जिहा यादगारी सन्मान चिन्ह जो कि मैं बेनती करांगा साडे स्कूल दे इंचार्ज मैम श्रीमती अनु सैनी जी, एडवोकेट जसपिंदर कौर मैम ਜਿਹੜੇ ਰੁਝੇਵਿਆਂ ਦੇ ਵਿੱਚੋਂ ਆਏ ਨੇ, ਉਹਨਾਂ ਨੂੰ Really, I am fortunate enough to have this token of affection with me, and it is very, very close to my heart. And thank you all for honoring me with this trophy. God bless you all. Thank you, sir. Thank you. थैंक यू मैम। इस तो बाद सीनियर एडवोकेट इंद्रपाल ਸਿੰਘ ਵੋਰਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢ ਕੇ ਸਾਡੇ ਸਕੂਲ ਦੇ ਵਿੱਚ ਪਹੁੰਚੇ। एडवोकेट जसपिंदर कौर मैम, प्रीति मैम, एडवोकेट इंद्रपाल ਸਿੰਘ ਵੋਰਾ ਤੇ एडवोकेट अनिल जवन जी ਤੇ ਉਹਨਾਂ ਦੇ ਨਾਲ ਸਹਿਯੋਗੀ। थैंक यू वेरी मच।